ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵਾਨ। ਕਾਂਗਰਸੀ ਕੌਮੀ ਨੇਤਾ ਪ੍ਰਿयंका ਗਾਂਧੀ ਨੇ ਇੱਕ ਨਾਰਾ ਦਿੱਤਾ ਸੀ, ਲੜਕੀ ਹਾਂ ਲੜ ਸਕਦੀ ਹਾਂ, ਤੇ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਕਮੇਟੀ ਦੇ ਚੇਅਰਪਰਸਨ ਜੇ ਨੇ ਸੁਨੀਲ ਜਾਖੜ ਨੇ ਇੱਕ ਟਵੀਟ ਕੀਤਾ ਤੇ ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਇਸ ਵਾਰ ਜੋ ਹੈ ਕੁੜੀਆਂ ਨੂੰ ਜ਼ਿਆਦਾ ਮੌਕਾ ਮਿਲਿਆ, ਔਰਤਾਂ ਨੂੰ ਜ਼ਿਆਦਾ ਮੌਕਾ ਮਿਲਿਆ। 117 ਵਿਧਾਨ ਸਭਾ ਸੀਟਾਂ ਦੇ ਵਿਚਕਾਰ 93 ਔਰਤਾਂ ਜੇ ਨੇ ਆਪਣੀ ਕਿਸਮਤ ਆਜ਼ਮਾ ਰਹੀਆਂ ਤੇ ਅਬੋਹਰ ਦੇ ਵਿਚਕਾਰ ਉਹਨਾਂ ਨੇ ਪੋਲਿੰਗ ਏਜੰਟਾਂ ਦੇ ਰੂਪ ਦੇ ਵਿਚਕਾਰ ਕਾਂਗਰਸੀ ਨੇਤਾਵਾਂ ਨੂੰ ਕਾਫੀ ਜੋ ਹੈ ਮੌਕਾ ਦਿੱਤਾ। ਇਸ ਨੂੰ ਲੈ ਕੇ ਅਸੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਗੱਲਬਾਤ ਕਰਾਂਗੇ। ਕਿਵੇਂ ਦੇਖਦੇ ਹੋ ਇਸ ਟਵੀਟ ਨੂੰ? देखो है तो एक पॉलिटिकल ट्वीट बट क्योंकि विमेंस के कॉन्स्टिट्यूशनल राइट्स ਨੂੰ ਦੇਖ ਰਹੀ ਹਾਂ ਔਰ ਇੱਕ ਸਟੇਟ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਨੂੰ ਕਮਿਸ਼ਨ ਨੇ ਉਹਨੂੰ ਹੀ ਅਪਾਇੰਟ ਕੀਤਾ ਹੁੰਦਾ ਉਸ ਪੁਆਇੰਟ ਆਫ ਵਿਊ ਨੂੰ ਐਜ਼ ਏ ਔਰਤਾਂ ਦੇ ਰਾਈਟ ਨੂੰ ਦੇਖਦੇ ਹੋਏ ਤੇ ਮੈਨੂੰ ਲੱਗਦਾ ਹੈ ਕਿ ਇਹਦਾ ਕੋਈ ਐਗਜ਼ੀਕਿਊਸ਼ਨ ਨਹੀਂ ਹੈ। ਜਿਹੜੇ ਉਹ ਟਵੀਟ ਦੇ ਆਈਏ ਕਿ 1304 ਸਮਥਿੰਗ ਕੁਛ ਔਰਤਾਂ ਲੜ ਰਹੀਆਂ ਨੇ। ਅਸੀਂ 104 ਉਮੀਦਵਾਰਾਂ ਵਿਚਕਾਰ 93 ਔਰਤਾਂ 93 ਔਰਤਾਂ ਲੜ ਰਹੀਆਂ ਨੇ 1304 ਉਮੀਦਵਾਰ ਦੇ ਵਿੱਚ। ਤੇ ਜਿਹੜਾ ਇਹਨਾਂ ਨੇ ਟਵੀਟ ਕੀਤਾ ਹੈ ਔਰ ਇੱਕ ਸਲੋਗਨ ਦੀ ਗੱਲ ਕਰੀ ਜਾਏ ਤੇ ਇਹਨਾਂ ਦੀ ਆਪਣੀ ਪਾਰਟੀ ਦੀ ਗੱਲ ਕਰੀਏ ਕਿ ਉਹ ਜਿਹੜਾ ਇੱਕ ਸਲੋਗਨ ਬਣਿਆ ਸੀ, ਲੜਕੀ ਹੂੰ ਲੜ ਸਕਤੀ ਹੂੰ ਲੜਕੀ ਕੇ लिए, ਤੇ ਉਹ ਐਗਜ਼ੀਕਿਊਟ ਕਿੰਨਾ ਹੋਇਆ ਇੱਕ ਕਾਂਗਰਸ ਪਾਰਟੀ ਲਈ। ਜਾਖੜ ਜੀ ਨਾਲ ਤੇ ਖੁਦ ਹੀ ਜਸਟਿਸ ਨਹੀਂ ਹੋਇਆ। ਬੜੇ ਸੀਨੀਅਰ ਨੇ ਔਰ ਬੜੇ ਰਿਸਪੈਕਟਡ ਨੇ ਔਰ ਬਹੁਤ ਹੀ ਅੱਛੇ ਇੱਕ ਗੁੱਡ ਹਿਊਮਨ ਬੀਇੰਗ ਨੇ, ਅੱਛੇ ਇਨਸਾਨ ਨੇ। ਤੇ ਜੋ ਇੱਕ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਹੀ ਰਿਸਪੈਕਟ ਦੇਣੀ ਚਾਹੀਦੀ ਸੀ, ਸ਼ਾਇਦ ਉਹ ਨਹੀਂ ਮਿਲੀ, ਪਰ ਬਹੁਤ ਅੱਛੇ ਇਨਸਾਨ ਨੇ। ਪਰ ਜਿਹੜਾ ਇੱਕ ਸਲੋਗਨ ਦੀ ਗੱਲ ਕਰੀਏ ਉਹ ਸਲੋਗਨ ਸਿਰਫ ਸਲੋਗਨ ਹੀ ਹੈ, ਐਗਜ਼ੀਕਿਊਸ਼ਨ ਕੁਛ ਵੀ ਨਹੀਂ ਹੋਗਾ ਹੁੰਦਾ ਉਹਦੀ। ਸਿਰਫ ਤੇ ਸਿਰਫ ਐਗਜ਼ਾਮਪਲ ਮੈਂ ਖੁਦ ਹੀ ਹਾਂ ਕਿ ਜਿਹੜੀ ਇੱਕ ਵਿਮਨ ਔਰਤਾਂ ਦੇ ਕੌਨਸਟੀਟਿਊਸ਼ਨਲ ਰਾਈਟਸ ਦੇਖ ਰਹੀ ਹੈ, ਇੱਕ ਸੰਵਿਧਾਨ ਹੈ, ਇੱਕ ਚੇਅਰ ਨੂੰ ਡਿਸਰਿਸਪੈਕਟ ਕੀਤਾ ਗਿਆ 111 ਦਿਨ ਦੀ ਸਰਕਾਰ ਵਿੱਚ। ਤੇ ਐਗਜ਼ਾਮਪਲ ਹੈ, ਬਾਰ-ਬਾਰ ਉਹਨਾਂ ਨੂੰ ਵੀ ਲਿਖਿਆ ਗਿਆ ਕਿ ਤੁਹਾਡੀ ਸਟੇਟ ਵਿੱਚ ਤੁਸੀਂ ਇੱਕ ਤਰਫ ਸਲੋਗਨ ਬਣਾਇਆ, ਸਪਸ਼ਟ ਸ਼ਬਦਾਂ 'ਚ ਲਿਖਿਆ ਗਿਆ ਔਰ ਉਹ ਇਸੇ ਕਰਕੇ ਲਿਖਿਆ ਗਿਆ। ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਸੀ ਕਿ ਇੱਕ ਜਿਹੜੀ ਨੈਸ਼ਨਲ ਪਾਰਟੀ ਹੈ ਉਹਦੀ ਜਿਹੜੀ ਚੇਅਰਪਰਸਨ ਹੈਗੇ ਨੇ, ਉਹਦੀ ਜਿਹੜੀ ਪ੍ਰੈਜ਼ੀਡੈਂਟ ਹੈ, ਉਹ ਇੱਕ ਔਰਤ ਨੇ। ਉਹ ਸਮਝਣਗੇ ਇੱਕ ਸੰਵਿਧਾਨ ਦੀ ਵੈਲਿਊ ਨੂੰ ਸਮਝਣਗੇ, ਇੱਕ ਕਮਿਸ਼ਨ ਦੀ ਸੰਵਿਧਾਨਿਕ ਪੋਸਟ ਦੀ ਵੈਲਿਊ ਨੂੰ ਸਮਝਣਗੇ ਔਰ ਇੱਕ ਇਨ ਸਭ ਗੱਲਾਂ ਦੇ ਬਾਵਜੂਦ ਇੱਕ ਔਰਤ ਹੁੰਦੇ ਹੋਏ ਮਹਿਸੂਸ ਕਰਨਗੇ। ਬਾਰ-ਬਾਰ ਲਿਖਿਆ ਗਿਆ ਤੇ ਇਹ ਵੀ ਲਿਖਿਆ ਗਿਆ ਕਿ ਇੱਕ ਤਰਫ यूपी 'ਚ ਤੁਹਾਡਾ ਨਾਰਾ ਹੈ ਸਲੋਗਨ ਕਿ ਲੜਕੀ ਹੂੰ ਲੜਕੀ ਕੇ लिए ਲੜ ਸਕਤੀ ਹੂੰ, ਤਾਂ ਕਿਆ ਇਹ ਤੁਹਾਡੀ ਹੀ ਸਟੇਟ 'ਚ ਸਟੀਕ ਬਹਿ ਰਿਹਾ ਹੈ ਨਾਰਾ? ਕੋਈ ਜਵਾਬ ਨਹੀਂ ਆਇਆ। ਉਸ ਜਵਾਬ ਨਾ ਆਉਣ ਤੋਂ ਬਾਅਦ ਮੈਨੂੰ ਲੱਗਾ ਕਿ ਔਰਤਾਂ ਦੇ ਹੱਕ ਲਈ ਵਿਕਟਿਮਸ ਨੂੰ ਤੁਸੀਂ ਜਸਟਿਸ ਦਿਵਾਉਂਦੇ ਜੇ ਖੁਦ ਵਿਕਟਿਮ ਬਣ ਰਹੇ ਹੋ ਤੇ ਦਿਸ ਇਜ਼ ਦਾ ਰਾਈਟ ਟਾਈਮ। ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲੀ, ਮੈਂ ਆਨਰੇਬਲ ਹੋਮ ਮਿਨਿਸਟਰ ਨੂੰ ਮਿਲੀ, ਆਨਰੇਬਲ PM ਨੂੰ ਮਿਲੀ ਤੇ ਉਹ ਮੈਨੂੰ ਉਹਨਾਂ ਦਾ ਬੜਾ ਅੱਛਾ ਲੱਗਾ ਕਿ ਸਟੇਟ ਗਵਰਨਮੈਂਟ ਦੀਆਂ ਇੰਨੀਆਂ ਸਾਰੀਆਂ ਪਾਲਿਸੀਜ਼ ਦੇ ਬਾਰੇ 'ਚ ਮੈਨੂੰ ਪਤਾ ਲੱਗਾ ਕਿ ਜਿਹੜੀਆਂ ਭਾਰਤ ਸਰਕਾਰ ਟਾਈਮ ਟੂ ਟਾਈਮ ਸਟੇਟ ਨੂੰ ਦਿੰਦੀ ਰਹਿੰਦੀ ਹੈ, ਕਿਤੇ ਵੀ ਕੁਝ ਇੰਪਲੀਮੈਂਟ ਨਹੀਂ ਹੋਇਆ। ਲੋਕ ਥਾਣਿਆਂ 'ਚ ਕਿਉਂ ਜਾਂਦੇ ਨੇ, ਕਮਿਸ਼ਨਾਂ ਕੋਲ ਕਿਉਂ ਆਉਂਦੇ ਨੇ? ਕਿਤੇ ਕਿਤੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਬਹੁਤ ਅੱਛਾ ਕੰਮ ਕਰ ਸਕਦਾ ਸੀ, ਕਮਿਸ਼ਨ ਕੋਲ ਤੇ ਖੈਰ ਤੁਸੀਂ ਕੋਈ ਫੰਡ ਨਹੀਂ ਹੈਗਾ, ਕੁਝ ਨਹੀਂ ਹੈਗਾ। ਚਲੋ ਇਹ ਨਾ ਹੋਣ ਦੇ ਬਾਵਜੂਦ ਵੀ ਜਿਹੜੀ ਇੱਕ ਹਰਾਸਮੈਂਟ ਕੀਤੀ ਗਈ, ਇੱਕ ਚੇਅਰ ਨੂੰ ਡਿਸਰਿਸਪੈਕਟ ਕੀਤਾ ਗਿਆ, ਉਹ ਇੱਕ ਬਹੁਤ ਵੱਡੀ ਇੱਕ ਹੈ। ਇਸ ਨਾਰੇ ਦਾ ਇੱਕ ਆਨਸਰ ਹੀ ਮੈਂ ਦੇ ਰਹੀ ਹਾਂ ਕਿ ਜ਼ੀਰੋ ਐਗਜ਼ੀਕਿਊਸ਼ਨ ਹੈ। ਦੇਖੋ, ਤੁਹਾਡੇ ਨਾਲ ਤੁਸੀਂ ਆਪ ਦਾ ਵਿਤਕਰਾ ਵੀ ਜ਼ਾਹਿਰ ਕੀਤਾ, ਨਾਲ ਹੀ ਸੁਨੀਲ ਜਾਖੜ ਦੇ ਦਰਦ ਦੇ ਉੱਤੇ ਨਮਕ ਵੀ ਛਿੜਕ ਦਿੱਤਾ। ਤੁਹਾਨੂੰ ਨਹੀਂ ਲੱਗਦਾ ਕਾਂਗਰਸ ਸਰਕਾਰ ਦੇ ਵਿਚਕਾਰ ਅਗਰ ਔਰਤ ਦੀ ਗੱਲ ਕੀਤੀ ਜਾਵੇ, ਔਰਤਾਂ ਦੀ ਕਿੰਨੀ ਕੁ ਸੀਟਾਂ ਇਸ ਵਾਰ ਦਿੱਤੀਆਂ ਗਈਆਂ? ਤੁਹਾਨੂੰ ਕੀ ਲੱਗਦਾ? ਦੇਖੋ, ਮੈਂ ਨਮਕ ਕਦੀ ਵੀ ਕਿਸੇ ਤਰ੍ਹਾਂ ਨਹੀਂ ਛਿੜਕਦੀ। ਮੈਂ ਇੱਕ ਬੜੀ ਸਧਾਰਨ ਮਹਿਲਾ ਵਾਂ। ਮੇਰੀ ਕਦੀ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਪੋਲੀਟਿਕਸ ਨੂੰ ਲੈ ਕੇ ਲੋਕੀ ਜਜਮੈਂਟਲ ਹੋ ਜਾਂਦੇ ਨੇ। ਲੋਕੀ ਕਹਿੰਦੇ ਸੀ ਮੇਰੇ ਪਹਿਲੇ ਵੀ ਕੰਮ ਨੂੰ ਦੇਖ ਕੇ ਕਿ ਸ਼ਾਇਦ ਰਾਜਨੀਤੀ 'ਚ ਆਉਣਾ ਚਾਹੁੰਦੀ ਹੈ, ਸ਼ਾਇਦ MLA ਦੀ ਟਿਕਟ ਲੈਣਾ ਚਾਹੁੰਦੀ ਹੈ। ਤੇ ਜਾਖੜ ਜੀ ਇੱਕ ਬਹੁਤ ਅੱਛੇ ਇਨਸਾਨ ਨੇ, ਮੇਰੇ ਲਈ ਸਾਰੇ ਹੀ ਅੱਛੇ ਇਨਸਾਨ ਨੇ। ਸਾਰੀ ਪਾਰਟੀਆਂ ਦਾ ਮੈਂ ਇੱਜ਼ਤ ਕਰਨੀ ਆ, ਸਭ ਦੇ ਲੋਕਾਂ ਦਾ ਰਿਸਪੈਕਟ ਕਰਨੀ ਆ। ਕਿਸੇ ਪ੍ਰਤੀ ਵੀ ਮੇਰੀ ਬੈਡ ਇੰਟੈਂਸ਼ਨਸ ਕਦੀ ਵੀ ਨਹੀਂ ਰਹੀਆਂ, ਪਰ ਕਦੀ ਕਿਸੇ ਔਰਤ ਦੀ ਆਇਡੈਂਟੀਟੀ ਨੂੰ ਜਾਂ ਉਹਨੂੰ ਕਮਜ਼ੋਰ ਸਮਝਿਆ ਜਾਵੇ, ਕੋਈ ਪਰਸਨਲ ਇੱਦਾਂ ਦੇ ਕੰਮ ਕਰੇ, ਫਿਰ ਮੈਨੂੰ ਲੱਗਦਾ ਹੈ ਕਿ ਇਹ ਤੁਸੀਂ ਔਰਤਾਂ ਨੂੰ ਸਟਰੋਂਗ ਕਰਦੇ ਕਰਦੇ ਖੁਦ ਹੀ ਆਪਣੇ ਲਈ ਸਟੈਂਡ ਨਹੀਂ ਲੈ ਪਾ ਰਹੇ। ਤੇ ਇਹ ਇੱਕ ਮੇਰਾ ਸਟੈਂਡ ਸੀ ਔਰ ਮੇਰੇ ਆਪਣਾ ਇਹ ਪਰਸਨਲ ਡਿਸੀਜ਼ਨ ਹੈ ਕਿ ਮੈਂ ਜਿਸ ਮਰਜ਼ੀ ਪਾਰਟੀ ਦੀ ਵਰਕਰ ਬਣਾ, ਔਰ ਜ਼ਰੂਰੀ ਸੀ ਵੂਮਨਸ ਦੀ ਫੇਵਰਸ ਨੂੰ ਦੇਖਦੇ ਹੋਏ। ਰਹੀ ਜਿੱਥੇ ਔਰਤਾਂ ਦੀ ਗੱਲ, ਜਿਹਦੀ ਤੁਸੀਂ ਸੈਕਿੰਡ ਸਵਾਲ ਕੀ ਕੀਤਾ ਨਾਲ, ਮੈਂ ਕਿਹਾ ਤੁਸੀਂ ਜਾਖੜ ਸਾਹਿਬ ਦੇ ਦਰਦ ਨੂੰ ਜਿਹੜਾ ਨਮਕ ਛਿੜਕ ਦਿੱਤਾ। ਕਿਤੇ ਨਾ ਕਿਤੇ ਉਹ ਬਹੁਤ ਚਿਰ ਤੋਂ ਕਹਿ ਰਹੇ ਸੀ ਕਿ ਮੇਰੇ ਨਾਲ ਜ਼ੁਲਮ ਹੋਇਆ ਹੈ, ਮੇਰੇ ਨਾਲ ਇੱਦਾਂ ਹੋਇਆ ਹੈ, ਲੇਕਿਨ ਉਹ ਆਪਣੇ ਦਰਦ ਨੂੰ ਛੁਪਾ ਜਾਂਦੇ ਸੀ। ਲੇਕਿਨ ਜਿਤਨੀ ਵੀ ਪ੍ਰੈਸ ਕਾਨਫਰੰਸ
ਕਾਨਫਰੰਸਿਸ ਹੋਈਆਂ ਨੇ ਉਸ ਦੇ ਵਿਚਕਾਰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਉਹਨਾਂ ਦਾ ਦਰਦ ਬਿਆਨ ਹੋਇਆ, ਕਿਤੇ ਨਾ ਕਿਤੇ ਸੀਐਮ ਫੇਸ ਸੀ, ਉਹਨਾਂ ਨੂੰ ਵੋਟ ਵੀ ਮਿਲ ਰਹੀ ਸੀ ਲੇਕਿਨ ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ, ਪ੍ਰਧਾਨਗੀ ਛਿਨ ਲਿੱਤੀ ਗਈ। ਹੁਣ ਵੀ ਉਹ ਵਿਚਾਰੇ ਸਾਈਡ ਤੇ ਬੈਠੇ ਨੇ, ਪਰ ਤੁਹਾਨੂੰ ਨਹੀਂ ਲੱਗਦਾ ਜੇ ਕਾਂਗਰਸੀ ਆਪਣੇ ਹੀ ਅਜਿਹੇ ਵੱਡੇ ਨੇਤਾਵਾਂ ਦਾ ਨਾਲ ਵਿਤਕਰਾ ਕਰੇਗੀ ਤਾਂ ਕੀ ਜਿੱਤ ਪਾਵੇਗੀ? देखो ये एक पॉलिटिकल है, ये तो जिस तरह करोगे जो बोओगे वो पाओगे। ਤੇ ਔਰ ਇਹ ਜੋ ਪਬਲਿਕ ਹੈ ਸਭ ਜਾਣਦੀ ਹੈ ਜਾਖੜ ਜੀ ਇੱਕ ਅੱਛੇ ਇਨਸਾਨ ਸੀ ਔਰ ਉਹ ਬਿਲਕੁਲ ਨਿਸ਼ਪਕਸ਼ ਹੋ ਕੇ ਲੋਕਾਂ ਦੇ ਹਿੱਤਾਂ ਲਈ ਆਵਾਜ਼ ਚੁੱਕਦੇ ਰਹੇ ਨੇ। ਉਹ ਕਿਸੇ ਵੀ ਗਲਤ ਕੰਮ ਤੇ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਮੈਨੂੰ ਬੜਾ ਅੱਛਾ ਲੱਗਦਾ ਸੀ ਕਿ ਉਹ ਆਵਾਜ਼ ਚੁੱਕਦੇ ਰਹੇ ਨੇ, ਕੋਈ ਵੀ ਪਾਰਟੀ ਹੋਏ ਉਹ ਲੋਕਾਂ ਨੂੰ ਮੋਟੀਵੇਟ ਵੀ ਕਰਦੇ ਸੀ ਤੇ ਜਿੱਥੇ ਗਲਤ ਹੁੰਦਾ ਉਹ ਬੋਲਦੇ ਵੀ ਸੀ। ਮੇਰੀ ਵੀ ਉਹਨਾਂ ਨਾਲ ਬਹੁਤ ਵਾਰ ਫੋਨ ਤੇ ਗੱਲ ਹੋਈ, ਮੈਨੂੰ ਵੀ ਬਹੁਤ ਸਪੋਰਟ ਕਰਦੇ ਰਹੇ ਨੇ। ਤੇ ਠੀਕ ਹੈ ਉਹਨਾਂ ਨੇ ਅੱਜ ਤੋਂ ਫਿਰ ਇੱਕ ਹੁੰਕਾਰਾ ਭਰਿਆ ਕਿ ਲੜਕੀ ਹੂੰ ਲੜ ਸਕਤੀ ਹੂੰ, ਪਰ ਉਹ ਹੁੰਕਾਰਾ ਜ਼ੀਰੋ ਹੈ, ਐਗਜ਼ੀਕਿਊਸ਼ਨ ਕੁਝ ਨਹੀਂ ਹੈਗਾ, ਜ਼ੀਰੋ ਹੈ, ਗਰਾਊਂਡ ਲੈਵਲ ਤੇ ਉਹਦੀ ਰਿਐਲਿਟੀ ਜ਼ੀਰੋ ਹੈ। ਅੱਛਾ, ਕਿਵੇਂ ਦੇਖਦੇ ਹੋ ਕਿ ਬਸ ਇੱਕ ਹੌਟ ਸੀਟ ਦੀ ਗੱਲ ਕਰੇ, ਮਜੀਠੀਆ ਵਰਸਸ ਸਿੱਧੂ, ਕੀ ਲੱਗਦਾ ਕਿਹੜੀ ਇਸ ਸੀਟ ਦੇ ਵਿਚਕਾਰ ਕੌਣ ਜਿੱਤ ਸਕਦਾ ਹੈ? ਦੇਖੋ ਮੈਂ ਤੇ ਇਹਦੇ ਬਾਰੇ 'ਚ ਕੋਈ ਕਮੈਂਟ ਨਹੀਂ ਕਰ ਸਕਦੀ। ਮੇਰਾ ਇਹ ਮੰਨਣਾ ਹੈ ਮਾਸਿਸ ਨੂੰ, ਲੋਕਾਂ ਨੂੰ ਹਮੇਸ਼ਾ ਉਹਨੂੰ ਅਪਰੋਚ ਕਰਨਾ ਚਾਹੀਦਾ ਹੈ, ਉਹਨੂੰ ਵੋਟ ਪਾਣੇ ਚਾਹੀਦੇ ਨੇ ਜਿਹੜਾ ਮਾਸਿਸ ਨਾਲ ਜੁੜਿਆ, ਜਿਹੜਾ ਤੁਹਾਨੂੰ ਅਪਰੋਚੇਬਲ ਨੇ। ਤੇ ਤੁਸੀਂ ਮੈਂ ਅੱਜ ਇਲੈਕਸ਼ਨ ਤੋਂ ਪਹਿਲਾਂ ਫਸਟ ਟਾਈਮ ਕਿਸੇ ਨੇ ਮੈਨੂੰ, ਪੱਤਰਕਾਰ ਨੇ, ਜਰਨਲਿਸਟ ਨੇ, ਔਰ ਉਹ ਵੀ ਤੁਸੀਂ ਫੀਮੇਲ ਹੋ, ਤੁਸੀਂ ਕੁਐਸਚਨ ਕੀਤਾ ਹੈ। ਮੈਂ ਸਿਰਫ ਇੱਕ ਗੱਲ ਹੈ ਦੱਸਣਾ ਜ਼ਰੂਰ ਚਾਹਾਂਗੀ ਕਿ ਮੇਰੇ 4 ਸਾਲ ਦੇ ਟਾਈਮ ਪੀਰੀਅਡ 'ਚ ਮੈਨੂੰ ਮਜੀਠੀਆ ਸਾਹਿਬ ਨੇ ਬਹੁਤ ਸਾਰੇ ਫੋਨ ਕੀਤੇ ਔਰਤਾਂ ਦੀ ਮਦਦ ਕਰਨ ਵਾਸਤੇ। ਇੱਕ ਗੁਰਦਾਸਪੁਰ ਤੋਂ ਇੱਕ ਨਵੀਂ ਵਿਆਹੀ ਲੜਕੀ ਦਾ ਫੋਨ ਸੀ, ਤੇ ਮੈਂ ਜਦੋਂ ਜੁਆਇਨ ਨਹੀਂ ਕੀਤਾ ਸੀ ਤੇ ਉਹ ਮੈਨੂੰ ਕਹਿੰਦੇ ਸੀ ਭੈਣ ਜੀ ਇਹਦੀ ਤੁਸੀਂ ਮਦਦ ਕਰਨੀ ਹੈ। ਤੇ ਹੋਰ ਬੜੇ ਸਾਰੇ ਕੇਸ ਹੈ। ਮੈਂ ਕਦੀ ਵੀ ਡਿਊਰਿੰਗ ਇਲੈਕਸ਼ਨ ਕਿ ਮੇਰਾ ਇਹ ਕੰਸਰਨ ਨਹੀਂ ਸੀ ਕਿ ਮੈਂ ਕਿਸੇ ਨੂੰ ਪ੍ਰਮੋਟ ਕਰਾਂ ਜਾਂ ਇੱਕ ਲੋਕੀ ਜਜਮੈਂਟਲ ਹੋ ਜਾਂਦੇ ਨੇ, ਗਲਤ ਮੈਸੇਜ ਜਾਏ, ਪਰ ਬੜੇ ਅੱਛੇ ਬੜੇ ਦਿਲ ਸਾਫ਼ ਇਨਸਾਨ ਨੇ, ਬਹੁਤ ਟਾਈਮ ਟੂ ਟਾਈਮ ਫੋਨ ਕਰਦੇ ਰਹਿੰਦੇ ਨੇ, ਭੈਣ ਜੀ ਤੋਂ ਇਲਾਵਾ ਉਹ ਗੱਲ ਨਹੀਂ ਕਰਦੇ, ਤੇ ਇੱਕ ਅੱਛੇ ਇਨਸਾਨ ਨੇ। ਕਿਉਂਕਿ ਔਜਲਾ ਸਾਹਿਬ ਦਾ ਵੀ ਬਿਆਨ ਆਇਆ, ਕਹਿੰਦੇ ਕਿ ਅੰਮ੍ਰਿਤਸਰ ਉਹ ਗਏ ਨਹੀਂ ਕਦੇ ਆਪਣੇ ਹਲਕੇ ਵਿਚਕਾਰ ਸਿੱਧੂ ਸਾਹਿਬ, ਤਾਂ ਵੋਟ ਕਿਵੇਂ ਪੈਣਗੀਆਂ। ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜੋ ਕੁਝ ਵੀ 6-7 ਮਹੀਨਿਆਂ ਦੇ ਵਿਚਕਾਰ ਕਾਂਗਰਸ ਦੇ ਵਿਚਕਾਰ ਹੋਇਆ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਰਹੀ ਹੈ ਉਹਨਾਂ ਦੀ, ਜਿਸ ਤਰ੍ਹਾਂ ਦੇ ਉਹਨਾਂ ਦੇ ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਦੇ ਇਸ਼ਾਰੇ ਉਹ ਰਹਿੰਦੇ ਉਹਨਾਂ ਦੇ, ਉਹਨਾਂ ਤੋਂ ਨਾਰਾਜ਼ ਹੋ ਕੇ ਕਈ ਵਾਰ ਲੋਕ ਉਹਨਾਂ ਤੋਂ ਸਾਈਡ ਲਾਈਨ ਹੋ ਰਹੇ ਨੇ। ਦੇਖੋ ਹਰ ਇਨਸਾਨ ਦੀ ਆਪਣੀ ਪਰਸਨੈਲਿਟੀ ਹੈ ਕਿ ਤੁਸੀਂ ਕਿਸ ਤਰ੍ਹਾਂ ਪਾਵਰ, ਜੇ ਤੁਹਾਨੂੰ ਕੋਲ ਪਾਵਰ ਤੁਹਾਨੂੰ ਚਾਹੀਦੀ ਹੈ ਜਾਂ ਪਾਵਰ ਹੈਗੀ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਮਾਸਿਸ ਨਾਲ ਕਿਸ ਤਰ੍ਹਾਂ ਜੁੜਨਾ ਹੈ। ਮੈਨੂੰ ਇਹ ਲੱਗਦਾ ਹੈ ਗਰਾਊਂਡ 'ਤੇ ਰਹਿਣਾ ਜ਼ਰੂਰੀ ਹੈ, ਆਪਣੇ ਆਪ ਨੂੰ ਸਟੇਬਿਲਿਟੀ, ਪਾਵਰ ਆਉਣ ਤੋਂ ਬਾਅਦ ਅਪਰੋਚੇਬਲ ਕਿੰਨੇ ਕੁ ਲੋਕਾਂ ਤੱਕ ਹੋ ਔਰ ਤੁਹਾਡਾ ਮੋਟਿਵ ਕੀ ਹੈ। ਜ਼ਰੂਰੀ ਨਹੀਂ ਹੈ, ਕਈ ਵਾਰੀ ਕੁਝ ਲੋਕ ਕਹਿੰਦੇ ਨੇ ਸੋਸ਼ਲ ਸਰਵਿਸ ਕਰਨ ਲਈ ਆਪਾਂ ਪੋਲੀਟਿਕਸ 'ਚ ਜਾ ਰਹੇ ਹਾਂ। ਜੇ ਤੁਸੀਂ ਸੋਸ਼ਲ ਸਰਵਿਸ ਹੀ ਕਰਨੀ ਹੈ, ਤੁਸੀਂ ਇੱਕ ਸੈਲੀਬ੍ਰਿਟੀ ਹੋ, ਤੁਹਾਡੇ ਕੋਲ ਪੈਸਾ ਹੈ, ਤੇ ਪੋਲੀਟਿਕਸ ਹੀ ਕਿਉਂ। ਤੇ ਮੈਂ ਇਸ ਚੀਜ਼ ਤੋਂ ਵੀ ਸਹਿਮਤ ਨਹੀਂ ਹਾਂ। ਠੀਕ ਹੈ ਰਾਜਨੀਤੀ 'ਚ ਆਉਣਾ ਜ਼ਰੂਰੀ ਹੈ, ਆਉਣਾ ਚਾਹੀਦਾ, ਪਰ ਮਾਸਿਸ ਨਾਲ ਜੁੜਿਆ ਹੋਣਾ ਔਰ ਗਰਾਊਂਡ 'ਤੇ ਰਹਿਣਾ ਬਹੁਤ ਜ਼ਰੂਰੀ ਹੈ। ਹੰਬਲ ਹੋਣਾ, ਬਹੁਤ ਸਾਰੀ ਕੁਆਲਿਟੀਜ਼ ਨੇ। ਬਾਕੀ ਹਰ ਪਾਰਟੀਆਂ ਦਾ ਆਪਣਾ ਆਪਣਾ ਏਜੰਡਾ ਹੈ। ਮੈਨੂੰ ਲੱਗਦਾ ਹੈ ਕਿ ਪਾਰਟੀਆਂ ਜਦੋਂ ਆਪਣੇ ਉਹਦੇ ਤੋਂ ਭਟਕ ਜਾਂਦੀਆਂ ਨੇ, ਸਨਮਾਨ, ਰਿਸਪੈਕਟ ਸਭ ਨੂੰ ਦੇਣੀ ਚਾਹੀਦੀ ਹੈ, ਹਰ ਲੀਡਰ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਜਿੱਤ ਤਾਂ ਹੀ ਹੁੰਦੀ ਹੈ ਜੇ ਮੋਹਰੇ ਸ਼ਤਰੰਜ ਵਾਕੂ ਆਪਣੇ ਕਬਜ਼ੇ ਜਿੱਤ ਹੁੰਦੀ ਹੈ। ਤੇ ਇਹ ਇੱਕ ਹੈ, ਕਈ ਪਾਰਟੀਆਂ ਅੱਜ ਕੱਲ੍ਹ ਯੂਜ਼ ਐਂਡ ਥਰੋ ਬਣ ਗਈਆਂ ਨੇ, ਵਰਕਰ ਤੱਕ ਸਨਮਾਨ ਨਹੀਂ ਦਿੰਦੀਆਂ। ਤੇ ਮੈਨੂੰ ਲੱਗਦਾ ਹੈ ਪਾਰਟੀ 'ਚ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈ। ਮੈਂ ਮਹਿਸੂਸ ਕੀਤਾ ਓਨਰੇਬਲ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ, ਹੋਮ ਮਿਨਿਸਟਰ ਨੂੰ ਮਿਲ ਕੇ, ਕਿ ਇਹਨਾਂ ਦੀ ਪਾਰਟੀ 'ਚ ਆਪਣੇ ਵਰਕਰ ਦਾ ਤਾਂ ਸਨਮਾਨ ਕਰਦੇ ਹੀ ਨੇ ਔਰ ਸਟੇਟ ਦਾ ਵੀ ਸਟਰੋਂਗ ਕੋਆਰਡੀਨੇਸ਼ਨ ਜੇ ਹੋਏ। ਮੈਨੂੰ ਲੱਗਦਾ ਇੱਥੇ ਕਿਤੇ ਨਾ ਕਿਤੇ ਗੁੱਟਬਾਜ਼ੀ ਜ਼ਿਆਦਾ ਰਹੀ ਕਿ ਉਹ ਜਨਤਾ ਪਾਰਟੀ ਹੈ ਤੇ ਇਹ ਆਪਸੀ ਕਾਂਗਰਸ ਆ, ਪਰ ਸਟੇਟ ਦੇ ਮਾਸਿਸ ਨਾਲ ਜੁੜੇ ਹੋਏ ਪਬਲਿਕ ਪ੍ਰੋਫਿਟ ਨੂੰ ਇਗਨੋਰ ਕੀਤਾ ਗਿਆ, ਸਿਰਫ ਆਪਣਾ ਹੀ ਆਪਣਾ ਧਿਆਨ ਲਿਆ ਗਿਆ। ਲੋਕਾਂ ਦੀ ਪ੍ਰੋਬਲਮਸ ਨੂੰ ਇਗਨੋਰ ਕਰਕੇ ਭਾਰਤ ਸਰਕਾਰ ਤੋਂ ਉਹ ਬੈਨੀਫਿਟਸ ਨਹੀਂ ਲਿੱਤੇ ਗਏ ਜੋ ਇੱਕ ਸਟੇਟ ਦਾ ਮੋਰਲ ਡਿਊਟੀ ਬਣਦੀ ਸੀ। ਕਿਵੇਂ ਦੇਖਦੇ ਹੋ 10 ਮਾਰਚ ਦੀ ਤਿਥੀ ਨਜ਼ਦੀਕ ਹੈਗੀ ਹੈ, ਕੀ ਲੱਗਦਾ ਉਸ ਦਿਨ ਕੀ ਹੋ ਸਕਦਾ? ਕਿਉਂਕਿ ਇਸ ਵਾਰ ਕਿਆਸ ਲਾਏ ਜਾ ਰਹੇ ਨੇ, ਹੁਣ ਇਸ ਵਾਰ ਕਿਹਾ ਨਹੀਂ ਜਾ ਸਕਦਾ ਇਹ ਸਰਕਾਰ ਬਣਾ ਸਕਦਾ, ਉਹ ਸਰਕਾਰ ਬਣਾ ਸਕਦਾ। ਇਸ ਵਾਰ ਕਿਹਾ ਜਾ ਰਿਹਾ ਕਿ ਹੰਗ ਬਣ ਸਕਦੀ ਹੈ ਸਰਕਾਰ, ਤੇ ਇਸ ਤਰ੍ਹਾਂ ਦੀ ਸਰਕਾਰ, ਗੱਠਜੋੜ ਵਾਲੀ ਸਰਕਾਰ ਬਣਦੀ ਹੈ, ਤਾਂ ਕੀ ਲੱਗਦਾ ਕਿ 5 ਸਾਲਾਂ ਦੇ ਵਿਚਕਾਰ ਪੰਜਾਬ ਦੇ ਵਿਚਕਾਰ ਵਿਕਾਸ ਹੋ ਪਾਵੇਗਾ?
ਦੇਖੋ ਮੇਰਾ ਤੇ ਸ਼ੁਰੂ ਤੋਂ ਇਹੀ ਹੋਈ ਹੈ। ਮੈਂ ਤਾਂ ਵਰਕਰ ਨਹੀਂ ਵੀ ਕਿਸੇ ਪਾਰਟੀ ਦੀ ਸੀ, ਤਾਂ ਵੀ ਭਾਰਤ ਸਰਕਾਰ ਨੂੰ ਲਿਖਦੀ ਰਹਿੰਦੀ ਸੀ। ਆਨਰੇਬਲ ਪ੍ਰਧਾਨ ਮੰਤਰੀ ਜੀ ਨੂੰ ਮਿਲੀ ਸੀ। ਸਰਕਾਰ ਕੋਈ ਵੀ ਆਵੇ, ਪਬਲਿਕ ਨੇ ਜੋ ਵੀ ਫੈਸਲਾ ਦਿੱਤਾ ਹੋਏਗਾ ਸੋਚ ਸਮਝ ਕੇ ਦਿੱਤਾ ਹੋਏਗਾ। ਮੈਂ ਵੀ ਇਹ ਕੰਮ ਤੁਹਾਡੇ ਵਰਕੂ ਸਿਰ ਮੱਥੇ ਤੇ ਲਾਂਗੇ, ਆਪਾਂ ਕੰਮ ਕਰਦੇ ਰਾਂਗੇ ਲੋਕਾਂ ਦੇ ਬੈਨੀਫਿਟ। ਪਰ ਇਹ ਵੇ ਜੇ ਭਾਰਤ ਸਰਕਾਰ ਦਾ, ਜੇ ਲੋਕਾਂ ਨੇ ਸਹੀ ਆਪਣੇ ਵੋਟ ਨੂੰ ਸਹੀ ਯੂਜ਼ ਕੀਤਾ ਹੋਏਗਾ, ਭਾਰਤ ਸਰਕਾਰ ਦਾ ਬਹੁਤ ਵੱਡਾ ਰੋਲ ਰਹਿਣ ਵਾਲਾ ਹੈ ਪੰਜਾਬ ਵਿੱਚ। ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਣਗੇ, ਹੋਰ ਬਹੁਤ ਕੁਝ ਫੈਸਿਲਿਟੀਜ਼ ਜੋ ਡਿਜ਼ਰਵ ਕਰਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਸੋਚ ਸਮਝ ਕੇ ਆਪਣੀ ਅੰਤਰਾਤਮਾ ਦੀ ਆਵਾਜ਼ ਨੂੰ ਸੁਣਦੇ ਹੋਏ ਫੈਸਲਾ ਦਿੱਤਾ ਹੋਏਗਾ। ਪਰ ਜੋ ਵੀ ਫੈਸਲਾ ਦਿੱਤਾ ਹੋਏਗਾ, ਐਜ਼ ਏ ਕਮਿਸ਼ਨ ਦੀ ਚੇਅਰਪਰਸਨ ਨਿਸ਼ਪਕਸ਼ ਹੋ ਕੇ ਪਹਿਲੇ ਦੀ ਤਰ੍ਹਾਂ ਹੋਰ ਮਿਹਨਤ ਦੇ ਨਾਲ ਕੰਮ ਕਰਦੀ ਰਹਾਂਗੀ। ਆਉਣ ਵਾਲੇ ਦਿਨਾਂ ਦੇ ਵਿਚਕਾਰ ਕਿਸ ਤਰ੍ਹਾਂ ਦੀ ਕਾਰਜਪ੍ਰਣਾਲੀ ਰਹੇਗੀ? ਵੈਸੇ ਤੁਸੀਂ ਬਹੁਤ ਬਿਜ਼ੀ ਰਹਿੰਦੇ ਹੋ, ਤੁਹਾਡੇ ਕੋਲ ਬਹੁਤ ਕੇਸਿਸ ਆਉਂਦੇ ਆ, ਬਾਹਰ ਦੇ ਵੀ, ਇੱਥੇ ਦੇ ਵੀ, ਪੰਜਾਬ ਦੇ ਵੀ। ਹੁਣ ਅੱਗੇ ਦਾ ਰਾਸਤਾ ਜੇ ਇਖਤਿਆਰ ਕਰ ਰਹੇ ਹੋ, ਕਿਸ ਤਰ੍ਹਾਂ ਦਾ ਹੈ? ਦੇਖੋ ਮੇਰੀ ਕਮਿਸ਼ਨ ਇਸ 'ਤੇ ਐਜ਼ ਏ ਕਮਿਸ਼ਨ ਦੀ ਚੇਅਰਪਰਸਨ ਬਣ ਕੇ ਕੰਮ ਕਰਦੀ ਰਹਾਂਗੀ। ਕਮਿਸ਼ਨ ਤੋਂ ਬਾਹਰ ਜੋ ਵੀ ਮੇਰਾ ਰਹੇਗਾ ਮੈਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸਾਂਗੀ। ਪਰ ਕਮਿਸ਼ਨ ਵਾਸਤੇ ਵੀ ਅਸੀਂ ਇੱਕ ਨਿਊ ਪਲਾਨ ਤਿਆਰ ਕਰਨ ਜਾ ਰਹੇ ਹਾਂ। ਉਹਦੇ ਸਾਨੂੰ ਭਾਰਤ ਸਰਕਾਰ ਦਾ ਬੜਾ ਵੱਡਾ ਸਪੋਰਟ ਰਹਿਣ ਵਾਲਾ ਹੈ। ਵਿਲੇਜ ਟੂ ਵਿਲੇਜ ਸਾਡਾ ਹੈ ਇੱਕ ਕੰਮ ਕਿ ਅਸੀਂ ਔਰਤਾਂ ਦੀ ਹੈਲਥ ਨੂੰ ਲੈ ਕੇ, ਉਹਨਾਂ ਦੇ ਜਿਹੜੇ ਰਾਈਟਸ ਨੇ, ਅਵੇਅਰਨੈਸ ਨੂੰ ਲੈ ਕੇ, ਸਕਿੱਲਸ ਨੂੰ ਲੈ ਕੇ, ਕਿ ਆਪਾਂ ਕਿੱਥੇ ਸਰਕਾਰ ਦੇ ਨਾਲ, ਭਾਰਤ ਸਰਕਾਰ ਦੇ ਨਾਲ ਸਟਰੋਂਗ ਕੋਆਰਡੀਨੇਸ਼ਨ ਸਾਡਾ ਹੋ ਜਾਏਗਾ। ਤੇ ਅਸੀਂ ਉਹਦੇ ਤੇ ਕਮਿਸ਼ਨ ਦਾ ਹੁਣ ਥੋੜਾ ਜਿਹਾ ਸਵਰੂਪ ਬਦਲਾਂਗੇ ਕਿ ਇਹ ਵੀ ਫੰਡਾਮੈਂਟਲ ਰਾਈਟ ਹੈ ਔਰਤ ਦਾ ਗਵਰਨਮੈਂਟ ਵੱਲੋਂ, ਕਿ ਜੇ ਉਹਨਾਂ ਦੀ ਹੈਲਥ ਨੂੰ ਲੈ ਕੇ ਇਸ਼ੂ ਹੈ, ਸਰਕਾਰ ਦਾ ਕੀ ਦਾਇਤਵ ਹੈ। ਜੇ ਸਟੇਟ ਗਵਰਨਮੈਂਟ ਨੇ ਇਹਦਾ ਫਾਇਦਾ ਨਹੀਂ ਚੁੱਕਿਆ, ਲੋਕਾਂ ਤੱਕ ਰਾਹਤ ਨਹੀਂ ਪਹੁੰਚਾਈ, ਤੇ ਕਮਿਸ਼ਨ ਆਪਣਾ ਕੰਮ ਕਰਦਾ ਰਹੇਗਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੇ ਤੁਹਾਨੂੰ ਦੱਸ ਦਈਏ ਕਿ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਕਮਿਸ਼ਨ ਜੋ ਹੈ ਸਿਹਤ ਸੁਵਿਧਾਵਾਂ ਨੂੰ ਲੈ ਕੇ ਜੋ ਹੈ ਔਰਤਾਂ ਦੇ ਲਈ ਕੰਮ ਕਰੇਗਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿਚਕਾਰ ਜੇ ਗੁੱਟਬਾਜ਼ੀ ਰਹੀ, ਉਹੀ ਸਭ ਤੋਂ ਵੱਡਾ ਇੱਕ ਨੁਕਸਾਨਦਾਇਕ ਰਹੀ ਹੈ ਉਸ ਦੇ ਲਈ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਪਿਚਲਵਾਨ, ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।